सत श्री अकाल प्यारे बच्चों। ਅੱਜ ਅਸੀਂ ਇਸ ਵੀਡੀਓ ਵਿੱਚ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਿਕ ਰੰਗ ਪਾਠ 2 ਵਿੱਚੋਂ ਜੀਵਨੀ ਸਮਝਾਂਗੇ ਅੰਤਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੀ, ਜੋ ਕਿ ਡਾਕਟਰ ਪ੍ਰਿਥਵੀ ਰਾਜ ਥਾਪਰ ਦੁਆਰਾ ਲਿਖੀ ਗਈ ਹੈ। ਇਸ ਜੀਵਨੀ ਵਿੱਚ ਸਾਨੂੰ ਇੱਕ ਪ੍ਰਸਿੱਧ ਵਿਗਿਆਨੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਦੇ ਜੀਵਨ ਬਾਰੇ ਪਤਾ ਲੱਗਦਾ ਹੈ। ਡਾਕਟਰ APJ ਅਬਦੁਲ ਕਲਾਮ, ਤੁਸੀਂ ਜਾਣਦੇ ਹੋ ਇਹਨਾਂ ਦਾ ਪੂਰਾ ਨਾਮ? ਨਹੀਂ ਨਾ। ਇਹਨਾਂ ਦਾ ਪੂਰਾ ਨਾਮ ਸੀ ਅਬੁਲ ਪਾਕੀਰ ਜੈਨੁਲਾਬੁਦੀਨ ਅਬਦੁਲ ਕਲਾਮ। ਸੋ ਬੱਚਿਓ, ਡਾਕਟਰ ਅਬਦੁਲ ਕਲਾਮ ਸਾਡੇ ਦੇਸ਼ ਦੇ 11ਵੇਂ ਰਾਸ਼ਟਰਪਤੀ ਰਹੇ, ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਰਹੇ, DRDO ਵਿੱਚ ਨਿਦੇਸ਼ਕ ਰਹੇ। DRDO ਮੀਨਸ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਸੋ ਬੱਚਿਓ, ਇਹਨਾਂ ਦੇ ਵਿੱਚ ਦੇਸ਼ ਦੀ ਤਰੱਕੀ ਦਾ ਜਜ਼ਬਾ ਇੰਨਾ ਕੁੱਟ-ਕੁੱਟ ਕੇ ਭਰਿਆ ਸੀ। ਉਹ ਚਾਹੁੰਦੇ ਸਨ ਸਾਡਾ ਦੇਸ਼ ਹਰ ਖੇਤਰ ਵਿੱਚ ਅੱਗੇ ਰਹੇ। ਉਹਨਾਂ ਨੇ ਤਾਂ ਦਿਖਾ ਦਿੱਤਾ ਵਿਗਿਆਨਕ ਖੇਤਰ ਦੇ ਵਿੱਚ, ਵਿਗਿਆਨੀ ਖੇਤਰ ਦੇ ਵਿੱਚ ਉਹਨਾਂ ਨੇ ਸਾਰੇ ਮੁਲਕਾਂ ਨੂੰ ਦਿਖਾਇਆ ਕਿ ਸਾਡਾ ਦੇਸ਼ ਕਿਤੇ ਵੀ ਪਿੱਛੇ ਨਹੀਂ ਹੈ। ਸੋ ਆਓ ਪੜ੍ਹਦੇ ਹਾਂ ਅੰਤਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੀ ਜੀਵਨੀ, ਜੋ ਕਿ ਡਾਕਟਰ ਪ੍ਰਿਥਵੀ ਰਾਜ ਥਾਪਰ ਦੁਆਰਾ ਲਿਖੀ ਗਈ ਹੈ। ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ। ਇਹ ਸ਼ਬਦ ਕਹੇ ਸਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਸਵਰਗੀ ਡਾਕਟਰ APJ ਅਬਦੁਲ ਕਲਾਮ ਨੇ। ਕਿੰਨੇ ਡੂੰਘੇ ਵਿਚਾਰ ਹਨ। ਅਗਰ ਅਸੀਂ ਇਹਨਾਂ ਦੇ ਵਿਚਾਰਾਂ ਨੂੰ, ਇਹਨਾਂ ਦੇ ਮੋਟੀਵੇਸ਼ਨਲ ਥੋਟਸ ਨੂੰ ਪੜ੍ਹਦੇ ਹਾਂ ਅਤੇ ਆਪਣੇ ਜੀਵਨ ਵਿੱਚ ਅਮਲ ਕਰਦੇ ਹਾਂ ਤਾਂ ਅਸੀਂ ਸ਼ਾਇਦ ਕਿਤੇ ਦੇ ਕਿਤੇ ਪਹੁੰਚ ਸਕਦੇ ਹਾਂ। ਡਾਕਟਰ ਅਬਦੁਲ ਕਲਾਮ ਦਾ ਜਨਮ ਭਾਰਤ ਦੇ ਤਮਿਲਨਾਡੂ ਸੂਬੇ ਦੇ ਰਾਮੇਸ਼ਵਰ ਵਿੱਚ ਤਨੁਜਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਦੇਖੋ, ਇੱਥੇ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਨੁਜਕੋਡੀ ਜਿਹੜਾ ਕਿ ਤਮਿਲਨਾਡੂ ਦੇ ਵਿੱਚ ਇੱਕ ਸ਼ਹਿਰ ਹੈ, ਔਰ ਆਪ ਦੇ ਪਿਤਾ ਦਾ ਨਾਮ ਜੈਨੁਲਾਬੁਦੀਨ ਤੇ ਮਾਂ ਦਾ ਨਾਮ ਆਸ਼ਿਆਮਾ ਸੀ। ਇੱਕ ਸਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ ਆਪਣੇ 4 ਭਰਾਵਾਂ ਤੇ ਇੱਕ ਭੈਣ ਤੋਂ ਛੋਟੇ ਸਨ। ਪਰਿਵਾਰ ਦਿਖਾਇਆ ਗਿਆ ਹੈ ਪਰ ਪੂਰਾ ਪਰਿਵਾਰ ਨਹੀਂ ਹੈ ਇਸ ਤਸਵੀਰ ਵਿੱਚ। ਕਲਾਮ ਦੇ ਪੁਰਖਿਆਂ ਦਾ ਕਿਸ਼ਤੀਆਂ ਦਾ ਚੰਗਾ ਚੋਖਾ ਵਪਾਰ ਸੀ, ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਗਰੀਬ ਹੋ ਗਏ। ਇਸ ਲਈ ਅਬਦੁਲ ਕਲਾਮ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ। ਅਖਬਾਰ ਵੇਚਦੇ ਹੋਏ ਵੀ ਅਬਦੁਲ ਕਲਾਮ ਦੀ ਤਸਵੀਰ ਦਿਖਾਈ ਗਈ ਹੈ ਇੱਥੇ। ਸਕੂਲੀ ਪੜ੍ਹਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ, ਪਰ ਉਹ ਮਿਹਨਤੀ ਸਨ ਤੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ। ਉਹਨਾਂ ਦੀ ਅੰਕ ਗਣਿਤ ਦੇ ਵਿਸ਼ੇ ਵਿੱਚ ਵਿਸ਼ੇਸ਼ ਰੁਚੀ ਸੀ। ਅੰਕ ਗਣਿਤ ਹੁੰਦਾ ਹੈ ਮੈਥਸ। ਰਾਮਾਨਾਥਪੁਰਮ ਤੋਂ 10ਵੀਂ ਪਾਸ ਕਰਕੇ ਡਾਕਟਰ ਅਬਦੁਲ ਕਲਾਮ ਨੇ ਤ੍ਰਿਚੁਰਾਪੱਲੀ ਤਮਿਲਨਾਡੂ ਵਿਖੇ ਸੇਂਟ ਜੋਸਫ ਕਾਲਜ ਤੋਂ ਭੌਤਿਕ ਵਿਗਿਆਨ ਯਾਨੀ ਕਿ ਫਿਜ਼ਿਕਸ ਵਿੱਚ BA ਪਾਸ ਕੀਤੀ। ਸੇਂਟ ਜੋਸਫ ਕਾਲਜ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਸਵੀਰ ਤੁਹਾਡੇ ਸਾਰਿਆਂ ਦੇ ਸਾਹਮਣੇ। ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ। ਸਨ 1955 ਈਸਵੀ ਵਿੱਚ ਆਪ ਪੁਲਾੜ ਵਿਦਿਆ ਲਈ ਮਦਰਾਸ ਯਾਨੀ ਕਿ ਜੋ ਚੇਨਈ ਵਿੱਚ ਹੈ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋ ਗਏ। ਇੰਸਟੀਚਿਊਟ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ ਸਨ। ਪਾਇਲਟ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਇਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ ਸੀ। 1960 ਈਸਵੀ ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨੀ ਰੱਖਿਆ ਖੋਜ ਤੇ ਵਿਕਾਸ ਸੰਸਥਾ DRDO ਵਿੱਚ ਸ਼ਾਮਲ ਹੋ ਗਏ। DRDO ਯਾਨੀ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਜਿਸ ਦਾ ਲੋਗੋ ਦਿਖਾਇਆ ਗਿਆ ਹੈ, ਇਹ ਤੁਹਾਡੇ ਸਾਹਮਣੇ ਹੈ। ਬਹੁਤ ਕੁਝ ਕਰਨ ਦੀ ਇੱਛਾ ਰੱਖਦੇ ਸਨ ਅਬਦੁਲ ਕਲਾਮ। ਉਹਨਾਂ ਨੇ ਇੱਕ ਛੋਟੇ ਹੋਵਰਕ੍ਰਾਫਟ, ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਦਾ ਨਿਰਮਾਣ ਕਰਕੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਹੋਵਰਕ੍ਰਾਫਟ ਦੀ ਤਸਵੀਰ ਮੈਂ ਇਸ ਵੀਡੀਓ ਵਿੱਚ ਦਿਖਾਈ ਹੋਈ ਹੈ। ਪਰ ਉਹ ਆਪਣੀ ਨੌਕਰੀ ਦੀ ਇਸ ਚੋਣ ਤੋਂ ਸੰਤੁਸ਼ਟ ਨਹੀਂ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਜੋ ਕਿ ਭਾਰਤ ਦੀ ਅੰਤਰਿਕਸ਼ ਸੰਸਥਾਨ ਹੈ, ਮੀਨਸ ਇੱਥੋਂ ਸਪੇਸ ਦੇ ਨਾਲ ਰਿਲੇਟਿਡ ਖੋਜਾਂ ਹੁੰਦੀਆਂ ਹਨ, ਜਿਸ ਦਾ ਫੁੱਲ ਨਾਮ ਹੈ ਤਾਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਜਿਵੇਂ ਕਿ ਅਮਰੀਕਾ ਦੇ ਵਿੱਚ ਨਾਸਾ ਹੈ, ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇਸਰੋ ਹੈ, ਜਿੱਥੇ ਸਪੇਸ ਸੰਬੰਧੀ ਖੋਜਾਂ ਹੁੰਦੀਆਂ ਹਨ। ਸੋ ਉੱਥੇ ਉਹ ਪਹਿਲੇ ਭਾਰਤੀ ਲਾਂਚ ਵਹੀਕਲ SLV-3 ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋਏ। 1982 ਵਿੱਚ ਡਾਕਟਰ ਸਾਹਿਬ ਬਤੌਰ ਡਾਇਰੈਕਟਰ ਦੀ DRDO ਵਿੱਚ ਵਾਪਸ ਆ ਗਏ।
ਇੱਥੇ ਉਹਨਾਂ ਨੇ ਸੰਗਠਿਤ ਨਿਰਦੇਸ਼ਿਤ ਮਿਸਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 1992 ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਕ ਸਲਾਹਕਾਰ ਵੀ ਬਣੇ। ਇਸ ਅਹੁਦੇ ਤੇ ਉਹਨਾਂ ਨੇ ਪਰਮਾਣੂ ਪਰਖਾ ਦੇ ਵਿਕਾਸ ਦੀ ਮੁਹਿੰਮ ਲਈ ਵਰਤੋਂ ਕੀਤੀ। ਜਦੋਂ ਇਹ ਵਿਗਿਆਨਕ ਸਲਾਹਕਾਰ ਸਨ ਤਾਂ ਇਹਨਾਂ ਨੇ ਪਰਮਾਣੂ ਦੀ ਪਰਖਾਂ ਵੀ ਕੀਤੀ। ਪੋਖਰਨ ਨਾਂ ਦੇ ਕਸਬੇ ਦੇ ਵਿੱਚ ਜਾ ਕੇ ਕੀਤੀ ਸੀ, ਜੋ ਕਿ ਰਾਜਸਥਾਨ ਦੇ ਵਿੱਚ ਹੈ, ਔਰ ਰਾਜਸਥਾਨ ਦੇ ਜ਼ਿਲ੍ਹੇ ਜੈਸਲਮੇਰ ਤੋਂ 110 ਕਿਲੋਮੀਟਰ ਦੀ ਦੂਰੀ ਤੇ ਇਹ ਕਸਬਾ ਹੈ ਪੋਖਰਨ। ਇੱਥੇ ਪਰਮਾਣੂ ਬੰਬਾਂ ਦੇ ਟੈਸਟ ਹੋਏ ਸਨ। ਠੀਕ ਹੈ, ਇਹ ਟੈਸਟ ਵਿੱਚ ਕਾਮਯਾਬ ਵੀ ਹੋਏ ਸਨ। ਇਹ ਇੱਕ ਪਿਕਚਰ ਵੀ ਬਣਾਈ ਗਈ ਹੈ ਜੋ ਜੋਹਨ ਇਬਰਾਹਿਮ ਤੇ ਪਿਕਚਰਾਈਜ਼ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪਰਮਾਣੂ ਦਾ ਸਟੋਰੀ ਆਫ ਪੋਖਰਨ। ਤਾਂ ਇਹ ਇਹਨਾਂ ਨਾਲ ਹੀ ਸੰਬੰਧਿਤ ਹੈ। ਤਾਂ ਜਿਸ ਟਾਈਮ ਇਹ ਸਲਾਹਕਾਰ ਸਨ, ਵਿਗਿਆਨਕ ਸਲਾਹਕਾਰ, ਉਸ ਵੇਲੇ ਇਸ ਪਦਵੀ ਦਾ ਉਹਨਾਂ ਨੇ ਫਾਇਦਾ ਚੱਕਿਆ ਤੇ ਪਰਮਾਣੂ ਬੰਬ ਦੇ ਪਰਖਾਂ ਵੀ ਕੀਤੀਆਂ ਉਸ ਪੋਖਰਨ ਦੇ ਥਾਂ ਤੇ। ਸੋ ਡਾਕਟਰ ਕਲਾਮ ਦੀ ਇਹ ਭੂਮਿਕਾ ਸੀ। ਇਹਨਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਨੇ ਨੁਕਤਾਚੀਨੀ ਕਰਦਿਆਂ ਪਾਬੰਦੀਆਂ ਲਗਾ ਦਿੱਤੀਆਂ। ਇਸ ਦੇ ਬਾਵਜੂਦ ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਕਲਾਮ ਇੱਕ ਰਾਸ਼ਟਰੀ ਹੀਰੋ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਸਨ। ਪਰ ਇਹ ਕਾਮਯਾਬ ਹੋਏ ਸਨ ਇਹਨਾਂ ਪਰਖਾਂ ਕਰਕੇ। ਪਾਬੰਦੀਆਂ ਲੱਗੀਆਂ ਸਨ, ਪਰ ਫਿਰ ਵੀ ਇਹਨਾਂ ਨੇ ਅੱਗੇ ਲੈ ਕੇ ਆਏ ਸਨ ਭਾਰਤ ਨੂੰ ਵਿਗਿਆਨ ਦੇ ਖੇਤਰ ਵਿੱਚ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ। ਸਰਕਾਰੀ ਦਰਬਾਰੇ ਉਹਨਾਂ ਦਾ ਮਾਨ ਸਨਮਾਨ ਵਧਿਆ। ਸਨ 2002 ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜੀ ਗੱਠਜੋੜ NDA ਦੀ ਮਦਦ ਨਾਲ ਡਾਕਟਰ APJ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਵੀ ਬਣੇ। ਇਸ ਅਹੁਦੇ ਉੱਪਰ ਵੀ ਉਹਨਾਂ ਨੇ ਚੰਗਾ ਨਾਮ ਨਾ ਖੱਟਿਆ ਸੀ, ਕਿਉਂਕਿ ਦੇਸ਼ ਦੀ ਤਰੱਕੀ ਦਾ ਜਜ਼ਬਾ ਤੇ ਮਨ ਵਿੱਚ ਭਰਿਆ ਹੋਇਆ ਸੀ। ਇਹ ਅਹੁਦਾ ਉਹਨਾਂ ਲਈ ਬਹੁਤ ਚੰਗਾ ਸਾਬਿਤ ਹੋਇਆ ਕਿ ਉਹ ਦੇਸ਼ ਦੀ ਤਰੱਕੀ ਬਾਰੇ ਸੋਚ ਸਕਣ। ਉਹ ਬਹੁਤ ਹੀ ਮਿਲਣਸਾਰ ਸਨ। ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੀ 5 ਸਾਲਾ ਮਿਆਦ ਦੌਰਾਨ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ ਤੇ ਮੀਟਿੰਗਾਂ ਕਰਨ ਦਾ ਟੀਚਾ ਰੱਖਿਆ ਸੀ। ਇਸੇ ਕਰਕੇ ਇਹਨਾਂ ਨੂੰ ਪੀਪਲਜ਼ ਪ੍ਰੈਜ਼ੀਡੈਂਟ ਕਰਾਰ ਦਿੱਤਾ ਗਿਆ। ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਡਾਕਟਰ ਅਬਦੁਲ ਕਲਾਮ ਨੇ ਕਈ ਵਿਦਿਅਕ ਸੰਸਥਾਵਾਂ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕੀਤਾ। ਅਤਿਥੀ ਪ੍ਰੋਫੈਸਰ ਹੁੰਦੇ ਹਨ, ਐਜ਼ ਅ ਗੈਸਟ ਜਾਂਦੇ ਹਨ, ਉਹ ਪੜ੍ਹਾ ਕੇ ਆਉਂਦੇ ਹਨ। ਤਾਂ ਇਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਉਹ ਸਮੱਸਿਆਵਾਂ ਦੇ ਸੁਝਾਅ ਨਹੀਂ, ਬਲਕਿ ਉਹਨਾਂ ਦੇ ਹੱਲ ਦਿੰਦੇ ਸਨ। ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਉਹ ਕਦੇ ਵੀ ਸਮੱਸਿਆ ਦੇ ਸੁਜੈਸ਼ਨਸ ਨਹੀਂ ਦਿੰਦੇ, ਉਹਨਾਂ ਦੇ ਹੱਲ ਕੱਢ ਕੇ ਉਹਨਾਂ ਦੇ ਸਾਹਮਣੇ ਰੱਖਦੇ ਸਨ। ਸੋ ਬੱਚਿਓ, ਸਾਨੂੰ ਇਹ ਚੀਜ਼ਾਂ, ਛੋਟੀ-ਛੋਟੀ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਕਿ ਕਿਸ ਤਰ੍ਹਾਂ ਸਾਨੂੰ ਕੋਈ ਵੀ ਸਮੱਸਿਆ ਸਾਹਮਣੇ ਨਹੀਂ ਲੈ ਕੇ ਆਣੀ ਚਾਹੀਦੀ, ਉਸ ਦਾ ਹੱਲ ਕੱਢਣਾ ਚਾਹੀਦਾ ਹੈ। ਮਈ 2012 ਵਿੱਚ ਡਾਕਟਰ ਅਬਦੁਲ ਕਲਾਮ ਸਾਹਿਬ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਮਕਸਦ ਨਾਲ ਭਾਰਤ ਦੇ ਨੌਜਵਾਨਾਂ ਲਈ ਵਾਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਰਹਿਤ ਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਨਾ, ਤਾਂ ਸਮਾਜ ਦੇ 3 ਪ੍ਰਮੁੱਖ ਮੈਂਬਰ, ਇੱਕ ਪਿਤਾ, ਇੱਕ ਮਾਤਾ ਅਤੇ ਗੁਰੂ, ਇਹ ਕੰਮ ਕਰ ਸਕਦੇ ਹਨ। ਕਿਵੇਂ? ਨੌਜਵਾਨ ਜਿਹੜੇ ਵੀ ਪੀੜ੍ਹੀ ਹੈ, ਉਹਨਾਂ ਨੂੰ ਇਹੀ 3 ਜਣੇ ਸਮਝਾ ਸਕਦੇ ਹਨ ਔਰ ਦੇਸ਼ ਤਰੱਕੀਆਂ ਤੇ ਤਦ ਚੱਲ ਸਕਦਾ ਹੈ। ਸੋ ਆਪਣੀ ਕਿਤਾਬ ਇੰਡੀਆ 2000 ਵਿੱਚ ਡਾਕਟਰ ਕਲਾਮ ਨੇ ਭਾਰਤ ਨੂੰ ਨੌਲੇਜ ਸੁਪਰ ਪਾਵਰ ਬਣਾਉਣ ਵਾਲੀ ਕਾਰਜ ਯੋਜਨਾ ਦੀ ਵਕਾਲਤ ਕੀਤੀ ਸੀ। ਉਹਨਾਂ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਭਾਰਤ ਦੀ ਭਾਵੀ ਮਹਾਸ਼ਕਤੀ ਲਈ ਇੱਕ ਰਾਹ ਕਰਾਰ ਦਿੱਤਾ। ਇਸ ਖਾਤਰ ਉਹਨਾਂ ਨੇ 5 ਖੇਤਰਾਂ ਦੀ ਪਛਾਣ ਕੀਤੀ। ਉਹਨਾਂ ਨੇ ਇਹ ਦੱਸਿਆ ਸੀ ਕਿ ਖੇਤੀਬਾੜੀ ਤੇ ਖੁਰਾਕੀ ਵਸਤਾਂ, ਸਿੱਖਿਆ ਤੇ ਸਿਹਤ, ਸੂਚਨਾ ਤੇ ਸੰਚਾਰ ਤਕਨਾਲੋਜੀ, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਤੇ ਮਿਆਰੀ ਬਿਜਲੀ ਊਰਜਾ, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਟੈਕਨੋਲੋਜੀਆਂ ਵਿੱਚ ਸਵੈ ਨਿਰਭਰਤਾ। ਅਗਰ ਇਹਨਾਂ ਵਿੱਚ ਅਸੀਂ ਤਰੱਕੀ ਲੈ ਕੇ ਆਈਏ ਤਾਂ ਭਾਰਤ ਜੋ ਹੈ ਵਿਗਿਆਨਕ ਖੇਤਰ ਵਿੱਚ ਆਪ ਮੁਹਾਰੇ ਹੀ ਤਰੱਕੀ ਕਰੇਗਾ। ਡਾਕਟਰ ਕਲਾਮ ਨੇ ਕਿਹਾ ਕਿ ਇਹ ਸਾਰੇ ਖੇਤਰ ਇੱਕ ਦੂਜੇ ਨਾਲ ਸੰਬੰਧਿਤ ਹਨ। ਜੇਕਰ ਇਹ ਸਾਰੇ ਇਕੱਠੇ ਅੱਗੇ ਵਧਣਗੇ ਤਾਂ ਇਸ ਨਾਲ ਦੇਸ਼ ਖੁਰਾਕ, ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਅੱਗੇ ਵਧੇਗਾ।
ਡਾਕਟਰ ਕਲਾਮ ਦਾ ਮੰਨਣਾ ਸੀ ਕਿ ਸੌਫਟਵੇਅਰ ਦੀ ਵੱਡੀ ਪੱਧਰ ਉੱਪਰ ਵਰਤੋਂ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਸੂਚਨਾ ਟੈਕਨੋਲੋਜੀ ਦੇ ਫਾਇਦੇ ਪਹੁੰਚਣਗੇ। ਸੌਫਟਵੇਅਰ ਦੀ ਅਗਰ ਵੱਡੀ ਤੋਂ ਵੱਡੀ ਪੱਧਰ ਤੇ ਵਰਤੋਂ ਕੀਤੀ ਜਾਏ, ਅੱਜ ਇਹੀ ਕੁਝ ਹੋ ਰਿਹਾ ਹੈ। ਅੱਜ ਦਾ ਜਿਹੜਾ ਸਮਾਂ ਹੈ ਆਨਲਾਈਨ ਦਾ ਸਮਾਂ ਹੈ, ਔਰ ਬਹੁਤ ਸਾਰੇ ਨੌਜਵਾਨ ਇਹਨਾਂ ਚੀਜ਼ਾਂ ਵਿੱਚ ਜੁਟੇ ਵੀ ਹੋਏ ਹਨ। ਸੋ ਟੈਕਨੋਲੋਜੀ ਦਾ ਜਿਹੜਾ ਫਾਇਦਾ ਹੈ ਉਹ ਪੋਜ਼ਿਟਿਵ ਤਰੀਕੇ ਨਾਲ ਅਗਰ ਚੱਕਿਆ ਜਾਏ ਤਾਂ ਉਹਦੇ ਜਿਹੜੇ ਰਿਜ਼ਲਟ ਹਨ ਉਹ ਵੀ ਪੋਜ਼ਿਟਿਵ ਹੀ ਆਉਂਦੇ ਹਨ। ਜੇ ਅਸੀਂ ਨੈਗੇਟਿਵ ਪਾਸੇ ਲੈ ਕੇ ਜਾਵਾਂਗੇ ਤਾਂ ਉਹਦੇ ਰਿਜ਼ਲਟ ਵੀ ਨੈਗੇਟਿਵ ਹੁੰਦੇ ਹਨ। ਸੋ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਮੇਰੀ ਵੀ ਇਹ ਹਿਦਾਇਤ ਹੈ ਕਿ ਜਿੰਨੇ ਵੀ ਤੁਸੀਂ ਅਗਰ ਸੌਫਟਵੇਅਰ ਦਾ ਯੂਜ਼ ਕਰਦੇ ਹੋ, ਵਰਤੋਂ ਕਰਦੇ ਹੋ, ਤਾਂ ਉਸਨੂੰ ਪੋਜ਼ਿਟਿਵ ਤਰੀਕੇ ਨਾਲ ਕਰੋ। ਸਵੈਮਾਨ ਹਾਸਲ ਕਰਨ ਬਾਰੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ, ਯਾਨੀ ਕਿ ਅਸੀਂ ਸੈਲਫ ਡਿਪੈਂਡੈਂਟ ਰਹਾਂਗੇ ਤਦ ਹੀ ਸਾਡੇ ਵਿੱਚ ਸਨਮਾਨ ਸੈਲਫ ਰਿਸਪੈਕਟ ਆਵੇਗੀ। ਜੇ ਅਸੀਂ ਕਿਸੇ ਤੇ ਦੂਜਿਆਂ ਤੇ ਡਿਪੈਂਡ ਕਰਾਂਗੇ ਸਾਡੇ ਵਿੱਚ ਸੈਲਫ ਰਿਸਪੈਕਟ ਨਹੀਂ ਆ ਸਕਦੀ। ਅਬਦੁਲ ਕਲਾਮ ਤਿਆਗ ਦੀ ਮੂਰਤੀ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਉਹ ਸਾਦਗੀ ਪਸੰਦ ਇਨਸਾਨ ਸਨ। ਉਹ ਵੱਡੇ ਤੜਕੇ ਭਾਵ ਰਾਤ ਨੂੰ 2 ਵਜੇ ਸੋ ਕੇ ਸਵੇਰੇ 6:30 7 ਵਜੇ ਉੱਠਣ ਦੇ ਆਦੀ ਸਨ। ਉਹਨਾਂ ਦਾ ਸਾਦਾ ਰਹਿਣੀ ਬਹਿਣੀ ਸੀ, ਔਰ ਉਹਨਾਂ ਨੇ ਕਦੇ ਵੀ ਟੀਵੀ ਨਹੀਂ ਸੀ ਵੇਖਿਆ, ਰੱਖਿਆ ਵੀ ਨਹੀਂ ਸੀ। ਮੌਤ ਸਮੇਂ ਉਹਨਾਂ ਦੀਆਂ ਕੁਝ ਮਨਪਸੰਦ ਨਿੱਜੀ ਚੀਜ਼ਾਂ ਵਸਤਾਂ ਪ੍ਰਾਪਤ ਹੋਈਆਂ ਸਨ। ਉਹਨਾਂ ਵਿੱਚ ਸ਼ਾਮਲ ਸਨ ਕੁਝ ਕਿਤਾਬਾਂ, ਕੱਪੜੇ ਲੱਤੇ, ਵੀਣਾ, ਸੀਡੀ ਪਲੇਅਰ ਤੇ ਲੈਪਟਾਪ। ਇਹੀ ਇਹਨਾਂ ਦੇ ਪੂੰਜੀ ਸੀ। ਅਸੀਂ ਸੋਚ ਸਕਦੇ ਹਾਂ ਕਿਸੇ ਵੀ ਨੇਤਾ ਦੀ ਪੂੰਜੀ ਬਾਰੇ। ਇਹਨਾਂ ਦੀ ਪੂੰਜੀ ਇਹ ਸੀ। ਸਨ 2011 ਵਿੱਚ ਬਣੀ ਫਿਲਮ ਆਈ ਐਮ ਕਲਾਮ ਵਿੱਚ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ। ਛੋਟੂ ਨਾਂ ਦੇ ਇੱਕ ਰਾਜਸਥਾਨੀ ਬੱਚੇ ਨੇ ਨਾ ਆਪਣੇ ਇਸ਼ਟ ਦੇ ਸਮਾਨ ਇਹਨਾਂ ਨੂੰ ਆਪਣਾ ਇਹਨਾਂ ਦੇ ਨਾਂ ਤੇ ਆਪਣਾ ਨਾਂ ਕਲਾਮ ਰੱਖਿਆ ਸੀ। ਧਰਮ ਨਿਰਪੇਖਤਾ ਸਾਰੀ ਉਮਰ ਡਾਕਟਰ ਕਲਾਮ ਲਈ ਬਹੁਤ ਮਹੱਤਵਪੂਰਨ ਮੁੱਦਾ ਰਹੀ। ਉਹ ਧਰਮ ਦੇ ਜਾਤ ਪਾਤ ਦੇ ਭੇਦਭਾਵ ਤੋਂ ਬਹੁਤ ਦੂਰ ਸਨ। ਧਰਮ ਦੇ ਨਾਂ ਤੇ ਉਹ ਝਗੜੇ ਨਹੀਂ ਸੀ ਚਾਹੁੰਦੇ। ਉਹਨਾਂ ਦੀ ਇਹ ਭਾਵਨਾ ਉਹਨਾਂ ਵੱਲੋਂ ਪ੍ਰਮੁੱਖ ਸਵਾਮੀ ਜੀ ਨਾਲ ਅਧਿਆਤਮਕ ਅਨੁਭਵ ਬਾਰੇ ਲਿਖੀ ਇੱਕ ਕਿਤਾਬ ਵਿੱਚੋਂ ਪ੍ਰਗਟ ਹੁੰਦੀ ਹੈ। ਰੋਜ਼ਾਨਾ ਨਮਾਜ਼ ਤੇ ਰਮਜ਼ਾਨ ਦੇ ਰੋਜ਼ੇ ਡਾਕਟਰ ਕਲਾਮ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਸ਼ਾਮਲ ਸਨ। ਰੋਜ਼ੇ ਰੱਖਦੇ ਸਨ। ਇਹ ਮੁਸਲਿਮ ਲੋਕ ਜੋ ਅਸੀਂ व्रत ਰੱਖਦੇ ਹਾਂ, ਹਿੰਦੂ ਲੋਕ व्रत ਰੱਖਦੇ हैं ਤਾਂ ਮੁਸਲਿਮ ਲੋਕ ਰੋਜ਼ੇ ਰੱਖਦੇ ਹਨ। ਸੋ ਰੋਜ਼ਾਨਾ ਨਮਾਜ਼ ਤੇ ਰਮਜ਼ਾਨ ਦੇ ਰੋਜ਼ੇ ਡਾਕਟਰ ਕਲਾਮ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਸ਼ਾਮਲ ਸਨ। ਉਹਨਾਂ ਦੇ ਪਿਤਾ ਨੇ ਆਪਣੇ ਬੱਚਿਆਂ ਵਿੱਚ ਧਾਰਮਿਕ ਸੰਸਕਾਰ ਕੁੱਟ-ਕੁੱਟ ਕੇ ਭਰੇ ਹੋਏ ਸਨ। ਉਹ ਨੌਜਵਾਨ ਕਲਾਮ ਦੇ ਅੰਤਰ-ਧਰਮ ਵਿਸ਼ਵਾਸ ਅਤੇ ਪ੍ਰਵਚਨ ਵਾਲੇ ਗੁਣ ਤੋਂ ਬਹੁਤ ਪ੍ਰਭਾਵਿਤ ਸਨ। ਦੇਸ਼ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਨੇਤਾਵਾਂ ਵਿਚਕਾਰ ਗੱਲਬਾਤ ਤੇ ਪ੍ਰਵਚਨ ਦੀ ਗੁੜਤੀ ਉਹਨਾਂ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਈ ਸੀ। ਉਹਨਾਂ ਦਾ ਮੰਨਣਾ ਸੀ ਕਿ ਮਹਾਨ ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਿਅਮ ਹੈ, ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ। ਸੱਚ ਹੀ ਤਾਂ ਹੈ। ਜਿਨ੍ਹਾਂ ਦੀ ਸੋਚ ਛੋਟੀ ਹੋਵੇਗੀ ਉਹ ਧਰਮ ਦੀ ਆੜ ਤੇ ਲੜਨਗੇ। ਅਦਰਵਾਈਜ਼ ਧਰਮ ਤਾਂ ਦੋਸਤ ਬਣਾਉਣ ਦਾ ਸਾਧਨ ਹੈ। ਧਰਮ ਦੇ ਨਾਂ ਤੇ ਝਗੜੇ ਗਲਤ ਹਨ। ਧਰਮ ਤਾਂ ਸਾਨੂੰ ਦੋਸਤੀ ਸਿਖਾਉਂਦਾ ਹੈ। ਕਿਸੇ ਵੀ ਧਰਮ ਵਿੱਚ ਦੇਖੋ, ਕਿਸੇ ਵੀ ਧਰਮ ਦੇ ਨੇਮ ਦੇਖੋ, ਤੁਸੀਂ ਕਿਸੇ ਵੀ ਧਰਮ ਦੇ ਰਿਆਇਤਾਂ ਦੇਖੋ, ਕਿਸੇ ਵੀ ਧਰਮ ਦੇ ਬਾਰੇ ਤੁਸੀਂ ਅਗਰ ਪੜ੍ਹਦੇ ਹੋ ਤਾਂ ਸਾਨੂੰ ਸਿਰਫ ਦੋਸਤੀ ਦਾ ਹੀ ਪਾਠ ਪੜ੍ਹਾਉਂਦੇ ਹਨ। ਸੋ ਉਹਨਾਂ ਨੇ ਇਹ ਗੱਲ ਜ਼ੋਰ ਨਾਲ ਉਠਾਈ ਸੀ ਕਿ ਕਿਸੇ ਵੀ ਧਰਮ ਵਿੱਚ ਆਪਣੇ ਧਰਮ ਨੂੰ ਬਰਕਰਾਰ ਰੱਖਣ ਜਾਂ ਉਸ ਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਦੱਸਿਆ ਗਿਆ। ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਥਾ ਦੇ ਨਾਲ-ਨਾਲ ਕਲਾਮ ਹਿੰਦੂ ਰਿਵਾਇਤਾਂ ਤੋਂ ਵੀ ਵਾਕਿਫ ਸਨ। ਉਹ ਹਿੰਦੂ ਧਰਮ ਬਾਰੇ ਬਹੁਤ ਕੁਝ ਜਾਣਦੇ ਸਨ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖ ਕੇ ਭਗਵਤ ਗੀਤਾ ਪੜ੍ਹੀ। ਉਹ ਸ਼ਾਕਾਹਾਰੀ ਸਨ, ਵੈਜੀਟੇਰੀਅਨ ਸਨ। ਉਹਨਾਂ ਨੇ ਸਵਾਮੀ ਨਾਰਾਇਣ ਸੰਪਰਦਾ ਦੇ ਗੁਰੂ ਪ੍ਰਮੁੱਖ ਸਵਾਮੀ ਨੂੰ ਆਪਣਾ ਆਖਰੀ ਧਾਰਮਿਕ ਗੁਰੂ ਮੰਨਿਆ। ਰਾਸ਼ਟਰਪਤੀ ਬਣਨ ਉਪਰੰਤ ਪਾਰਲੀਮੈਂਟ ਵਿੱਚ ਦਿੱਤੇ ਆਪਣੇ ਮੁੱਢਲੇ ਭਾਸ਼ਣਾਂ ਵਿੱਚ ਡਾਕਟਰ ਕਲਾਮ ਨੇ ਕਿਹਾ ਸੀ ਕਿ ਉਹ ਵਧੇਰੇ ਇਕਮੁੱਠ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਹ ਭਾਰਤ ਨੂੰ ਇਕਮੁੱਠ ਕਰ ਦੇਣ, ਏਕਤਾ ਲੈ ਕੇ ਆਉਣ, ਧਰਮ ਦੇ ਨਾਂ ਤੇ ਕੋਈ ਝਗੜੇ ਨਾ ਹੋਣ, ਕੋਈ ਭੇਦਭਾਵ ਨਾ ਹੋਏ। ਵਿਕਾਸ ਬਾਰੇ ਡਾਕਟਰ ਕਲਾਮ ਦੀ ਸੋਚ ਬਹੁਤ ਸਪਸ਼ਟ ਸੀ।
ਦਹਿਸ਼ਤਵਾਦ, ਅੰਦਰੂਨੀ ਵਿਵਾਦ ਤੇ ਬੇਰੋਜ਼ਗਾਰੀ ਨੂੰ ਉਹ ਮੁੱਖ ਚੁਣੌਤੀਆਂ ਮੰਨਦੇ ਸਨ। ਉਹਨਾਂ ਦੇ ਅੱਗੇ ਚੈਲੰਜਸ ਸਨ ਕਿ ਜੋ ਸਾਡੇ ਦੇਸ਼ ਵਿੱਚ ਇੰਨਾ ਦਹਿਸ਼ਤਵਾਦ ਹੈ, ਇੰਨੀ ਬੇਰੋਜ਼ਗਾਰੀ ਹੈ, ਧਰਮ ਦੇ ਨਾਂ ਦੇ ਉੱਤੇ ਵਿਵਾਦ ਚੱਲਦੇ ਹਨ, ਇਹ ਸਭ ਚੁਣੌਤੀਆਂ ਸਨ। ਇਹ ਚਾਹੁੰਦੇ ਸਨ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਜੇ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਨਾ, ਤੇ ਸਾਡਾ ਦੇਸ਼ ਤਰੱਕੀਆਂ ਤੇ ਹੋਵੇਗਾ। ਉਹਨਾਂ ਨੂੰ ਗਰੀਬਾਂ ਨੂੰ ਸਿਹਤਮੰਦ ਬਣਾਉਣ ਅਤੇ ਪੜ੍ਹਾਉਣ ਦੀ ਵਕਾਲਤ ਵੀ ਕੀਤੀ ਕਿ ਗਰੀਬ ਲੋਕਾਂ ਨੂੰ ਪੜ੍ਹਾਇਆ ਜਾਏ, ਉਹਨਾਂ ਨੂੰ ਰੋਗ ਮੁਕਤ ਕੀਤਾ ਜਾਏ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ, ਉਤਪਾਦਨ ਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੋ ਸਕਦੇ ਹਨ। ਕਹਿੰਦੇ ਹਨ ਨਾ, ਤਨ ਸੁਖੀ ਤੇ ਮਨ ਸੁਖੀ। ਜੇ ਤਨ ਸਾਡਾ ਆਰੋਗ ਹੈ ਤਾਂ ਮਨ ਵੀ ਆਰੋਗ ਹੈ। ਉਸਾਰੂ ਅਰਥ ਵਿਵਸਥਾ ਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਵਿੱਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਕਿਵੇਂ ਅਸੀਂ ਦੁਨੀਆ ਸਟੈਂਡ ਕਰ ਸਕਦੇ ਹਾਂ? ਕ੍ਰੀਏਟੀਵਿਟੀ ਹੋਏ, ਕ੍ਰੀਏਟਿਵ ਸਾਡੀ ਅਰਥ ਵਿਵਸਥਾ ਜਿਹੜੀ ਹੈ ਉਹ ਕ੍ਰੀਏਟਿਵ ਹੋਏ, ਪ੍ਰਬੰਧਕੀ ਜਿਹੜੀ ਸਮਰੱਥਾ ਹੈ ਉਹ ਸਾਡੀ ਕ੍ਰੀਏਟਿਵ ਹੋਣੀ ਚਾਹੀਦੀ ਹੈ। ਇਸ ਵਿੱਚ ਅਸੀਂ ਸਾਰੀ ਦੁਨੀਆ ਵਿੱਚ ਇੱਕ ਸਟੈਂਡ ਲੈ ਸਕਦੇ ਹਾਂ, ਸਾਡੀ ਦੁਨੀਆ ਦੇ ਵਿੱਚ ਨਾ ਆ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਸਮੇਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਡਾਕਟਰ ਕਲਾਮ ਨੇ ਸਰਬ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਔਰਤਾਂ ਨੂੰ ਵੀ ਆਪਣੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਹੱਕ ਉਹਨਾਂ ਦੇ ਹੁੰਦੇ ਹਨ। ਸਰਬ ਧਰਮ ਵਾਲੀ ਸੋਚ ਵੀ ਹੋਣੀ ਚਾਹੀਦੀ ਹੈ। ਸਾਰੇ ਧਰਮ ਇੱਕੋ ਜਿਹੇ ਹਨ। ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ। ਉਹ ਕਿਹਾ ਕਰਦੇ ਸਨ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਦੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਸੋ ਬੱਚਿਓ, ਸੁਪਨੇ ਤੁਸੀਂ ਸੁੱਤੇ ਹੋਏ ਨਹੀਂ ਲੈਣੇ, ਜਾਗ ਕੇ ਲਓ। ਜਿਸ ਨੂੰ ਪੂਰਾ ਕਰਨ ਲਈ ਤੁਸੀਂ ਹਰ ਵੇਲੇ ਪ੍ਰੇਰਿਤ ਰਹੋ, ਤੁਸੀਂ ਹਰ ਵੇਲੇ ਮੋਟੀਵੇਟਿਡ ਰਹੋ, ਤੁਸੀਂ ਉਹਨੂੰ ਪੂਰਾ ਕਰਨ ਦਾ ਯਤਨ ਕਰੋ। 27 ਜੁਲਾਈ 2015 ਨੂੰ ਡਾਕਟਰ ਅਬਦੁਲ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਭਾਸ਼ਣ ਦੇ ਰਹੇ ਸਨ ਕਿ ਉਹਨਾਂ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। 30 ਜੁਲਾਈ 2015 ਨੂੰ ਉਹਨਾਂ ਦੇ ਆਪਣੇ ਸੂਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਲੋਕਾਂ ਲਈ ਡਾਕਟਰ APJ ਅਬਦੁਲ ਕਲਾਮ ਅਵਾਰਡ ਨਾਂ ਦਾ ਇੱਕ ਇਨਾਮ ਸ਼ੁਰੂ ਕੀਤਾ ਸੀ। ਇਹਨਾਂ ਦੇ ਨਾਂ ਤੇ ਇੱਕ ਇਨਾਮ ਸ਼ੁਰੂ ਹੋਇਆ ਸੀ। ਸੋ ਉਹਨਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਸੋ ਨੌਜਵਾਨ ਪੁਨਰ ਜਾਗਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਡਾਕਟਰ ਅਬਦੁਲ ਕਲਾਮ ਦਾ ਜਨਮ ਦਿਨ ਜਿਸ ਦਿਨ ਮਨਾਇਆ ਜਾਂਦਾ ਹੈ 15 ਅਕਤੂਬਰ ਨੂੰ, ਉਸੇ ਦਿਨ ਹੀ ਮਨਾਇਆ ਜਾਂਦਾ ਹੈ। ਸੋ ਡਾਕਟਰ ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਬ ਉੱਚ ਸਿਵਲ ਇਨਾਮਾਂ ਪਦਮ ਭੂਸ਼ਣ 1981, ਪਦਮ ਵਿਭੂਸ਼ਣ 1990 ਤੇ ਭਾਰਤ ਰਤਨ 1997 ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਵੈ ਜੀਵਨੀ ਵਿੰਗਸ ਆਫ ਫਾਇਰ ਸਮੇਤ ਕਈ ਪੁਸਤਕਾਂ ਦੀ ਰਚਨਾ ਵੀ ਕੀਤੀ। ਕਿਹਾ ਜਾਂਦਾ ਕਿ ਦੱਖਣੀ ਕੋਰੀਆ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਵੱਡੀ ਮੰਗ ਰਹੀ ਹੈ। ਬਹੁਤ ਲੋਕ ਉਹਨਾਂ ਨੂੰ ਪੜ੍ਹਨਾ ਚਾਹੁੰਦੇ ਹਨ, ਪੂਰੇ ਇੰਡੀਆ ਦੇ ਵਿੱਚ ਹੀ ਨਹੀਂ, ਬਾਹਰਲੇ ਮੁਲਕਾਂ ਵਿੱਚ ਵੀ। ਉਹਨਾਂ ਦੀ ਥੋਟਸ ਇੰਨੀ ਮੋਟੀਵੇਸ਼ਨਲ ਹਨ। ਸੋ ਕਲਾਮ ਦੇ ਨਾਮ ਉੱਪਰ ਦੇਸ਼ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਨਿਰਸੰਦੇਹ ਉਹ ਹਰ ਦੇਸ਼ਵਾਸੀ ਦੇ ਪ੍ਰੇਰਨਾ ਸਰੋਤ ਹਨ। ਸੋ ਇਹ ਸੀ ਜੀਵਨੀ ਡਾਕਟਰ ਅਬਦੁਲ ਕਲਾਮ ਦੀ। ਸੋ ਆਓ ਪੜ੍ਹਦੇ ਹਾਂ ਟਿੱਪਣੀ ਕਿ ਡਾਕਟਰ ਅਬਦੁਲ ਕਲਾਮ ਦੇ ਇਨ ਸ਼ਾਰਟ ਬਾਰੇ ਕੀ ਦੱਸਿਆ ਗਿਆ ਹੈ। ਇਸ ਜੀਵਨੀ ਵਿੱਚ ਸਾਨੂੰ ਇੱਕ ਪ੍ਰਸਿੱਧ ਵਿਗਿਆਨੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਦੇ ਜੀਵਨ ਬਾਰੇ ਪਤਾ ਚੱਲਦਾ ਹੈ। ਦੇਸ਼ ਦੀ ਹਰ ਤਰ੍ਹਾਂ ਦੀ ਤਰੱਕੀ ਦਾ ਜਜ਼ਬਾ ਉਹਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇੱਕ ਵਿਗਿਆਨੀ ਦੇ ਤੌਰ ਉੱਤੇ ਉਹਨਾਂ ਨੇ ਖੋਜ ਕਰਕੇ ਕਈ ਪਰਖਾਂ ਤੇ ਤਜਰਬਿਆਂ ਨੂੰ ਜਨਮ ਦਿੱਤਾ। ਰੱਖਿਆ ਦੇ ਖੇਤਰ ਵਿੱਚ ਉਹਨਾਂ ਨੇ ਆਪਣਾ ਲੋਹਾ ਮਨਵਾਇਆ। ਉਹ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਗੈਰ ਸਿਆਸਤਦਾਨ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਇਹ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ। ਉਹਨਾਂ ਨੇ ਕਈ ਮੁਹਿੰਮਾਂ ਚਲਾਈਆਂ, ਉਹ ਚਲਾ ਕੇ ਦੇਸ਼ ਨੂੰ ਤਰੱਕੀ ਦਾ ਰਸਤਾ ਵਿਖਾਇਆ। ਇਸ ਲਈ ਉਹਨਾਂ ਦੇ ਵਿਗਿਆਨ ਤੇ ਸੂਚਨਾ ਤਕਨਾਲੋਜੀ ਨੂੰ ਪ੍ਰਮੁੱਖਤਾ ਦਿੱਤੀ। ਸਾਦਾ ਰਹਿਣੀ ਬਹਿਣੀ ਦੇ ਮਾਲਕ ਡਾਕਟਰ ਕਲਾਮ ਨੇ ਲੋਕਾਂ ਨੂੰ ਧਾਰਮਿਕ ਏਕਤਾ ਬਰਕਰਾਰ ਰੱਖਣ ਦਾ ਸਬਕ ਵੀ ਪੜ੍ਹਾਇਆ। ਆਪਣੀ ਮੌਤ ਸਮੇਂ ਵੀ ਉਹ ਕਾਰਜਸ਼ੀਲ ਸਨ।
ਇੱਕ ਭਾਸ਼ਣ ਦੌਰਾਨ ਦਿਲ ਦੇ ਦੌਰੇ ਨਾਲ ਉਹਨਾਂ ਦੀ ਮੌਤ ਹੋਈ। ਉਹਨਾਂ ਦੇ ਜੀਵਨ ਦੀ ਆਖਰੀ ਘਟਨਾ ਵੀ ਕੰਮ ਹੀ ਪੂਜਾ ਦੇ ਸਿਧਾਂਤ ਨੂੰ ਹੋਰ ਵੀ ਦ੍ਰਿੜ ਕਰਦੀ ਹੈ। ਕਿਉਂ? ਕਿਉਂਕਿ ਉਹ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਸੀ ਤਾਂ ਉਹ ਭਾਸ਼ਣ ਦੇ ਰਹੇ ਸਨ। ਤਾਂ ਪਤਾ ਲੱਗਦਾ ਹੈ ਕੰਮ ਹੀ ਪੂਜਾ, ਜੋ ਉਹ ਕਹਿੰਦੇ ਸਨ ਉਸ ਤੇ ਅਮਲ ਵੀ ਕਰਦੇ ਸਨ। ਸੋ ਬੱਚਿਓ, ਸਾਨੂੰ ਸਿੱਖਣਾ ਚਾਹੀਦਾ ਹੈ ਇਹਨਾਂ ਦੀ ਜੀਵਨੀ ਤੋਂ, ਇਹਨਾਂ ਦੇ ਪ੍ਰੇਰਨਾਦਾਇਕ ਵਿਚਾਰਾਂ ਤੋਂ। ਇਹ ਸੀ ਅਬਦੁਲ ਕਲਾਮ ਦੀ ਜੀਵਨੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਭ ਨੂੰ ਸਮਝ ਆ ਗਈ ਹੋਵੇਗੀ। ਤਾਂ ਆਓ ਕਰਦੇ ਹਾਂ ਹੁਣ ਪ੍ਰਸ਼ਨ ਉੱਤਰ, ਇਸ ਦਾ ਅਭਿਆਸ। ਬੱਚਿਓ, ਜੀਵਨੀ ਵਿੱਚੋਂ ਬੋਰਡ ਦੀ ਪ੍ਰੀਖਿਆ ਵਿੱਚ ਅਤ ਛੋਟੇ ਪ੍ਰਸ਼ਨ ਤੇ ਛੋਟੇ ਪ੍ਰਸ਼ਨ ਵੀ ਆਉਂਦੇ ਹਨ, ਬਹੁ ਵਿਕਲਪੀ ਪ੍ਰਸ਼ਨ ਵੀ ਆਉਂਦੇ ਹਨ ਤੇ ਵੱਡੇ ਪ੍ਰਸ਼ਨ ਵੀ ਆਉਂਦੇ ਹਨ। ਸੋ ਇਸ ਨੂੰ ਸਾਰੀ ਜੀਵਨੀ ਨੂੰ ਚੰਗੀ ਤਰ੍ਹਾਂ ਸਮਝਣਾ ਔਰ ਚੰਗੀ ਤਰ੍ਹਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਸੋ ਪਹਿਲਾ ਪ੍ਰਸ਼ਨ ਹੈ, ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ? ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੱਕ ਛੋਟੇ ਹੋਵਰਕ੍ਰਾਫਟ, ਜੋ ਕਿ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡਣ ਵਾਲਾ ਜਹਾਜ਼ ਹੁੰਦਾ ਹੈ, ਉਸ ਦਾ ਨਿਰਮਾਣ ਕਰਕੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ ਸੀ। ਡਾਕਟਰ ਕਲਾਮ ਦੀ ਮੌਤ ਕਦੋਂ ਤੇ ਕਿੰਨੀ ਉਮਰ ਵਿੱਚ ਹੋਈ ਸੀ? ਡਾਕਟਰ ਕਲਾਮ ਦੀ ਮੌਤ 2 ਜੁਲਾਈ 2015 ਨੂੰ 83 ਸਾਲਾਂ ਦੀ ਉਮਰ ਵਿੱਚ ਹੋਈ ਸੀ। ਡਾਕਟਰ ਕਲਾਮ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ? ਡਾਕਟਰ ਕਲਾਮ ਦੀ ਰਹਿਣੀ ਬਹਿਣੀ ਬਹੁਤ ਹੀ ਸਾਦੀ ਸੀ। ਉਹਨਾਂ ਦੀਆਂ ਲੋੜਾਂ ਬਹੁਤ ਥੋੜੀਆਂ ਸਨ। ਅਗਲਾ ਪ੍ਰਸ਼ਨ ਹੈ, ਧਰਮ ਬਾਰੇ ਡਾਕਟਰ ਕਲਾਮ ਦੇ ਕੀ ਵਿਚਾਰ ਸਨ? ਧਰਮ ਬਾਰੇ ਡਾਕਟਰ ਕਲਾਮ ਦੇ ਵਿਚਾਰ ਸਨ ਕਿ ਮਹਾਨ ਲੋਕ ਤੇ ਵੱਡੀ ਸੋਚ ਵਾਲੇ ਲੋਕ ਜਿਹੜੇ ਹੁੰਦੇ ਹਨ, ਉਹ ਧਰਮ ਨੂੰ ਇੱਕ ਦੋਸਤ ਬਣਾਉਣ ਦਾ ਮਾਧਿਅਮ ਸਮਝਦੇ ਹਨ, ਜਦਕਿ ਛੋਟੀ ਸੋਚ ਵਾਲੇ ਲੋਕ ਧਰਮ ਨੂੰ ਇੱਕ ਲੜਨ ਦਾ ਸਾਧਨ ਸਮਝਦੇ ਹਨ। ਅਗਲਾ ਕੁਐਸਚਨ ਹੈ, ਦੇਸ਼ ਦੀ ਤਰੱਕੀ ਲਈ ਡਾਕਟਰ ਅਬਦੁਲ ਕਲਾਮ ਨੇ ਕਿੰਨਾਂ ਚੀਜ਼ਾਂ ਨੂੰ ਜ਼ਰੂਰੀ ਦੱਸਿਆ ਹੈ? ਦੇਸ਼ ਦੀ ਤਰੱਕੀ ਲਈ ਡਾਕਟਰ ਅਬਦੁਲ ਕਲਾਮ ਨੇ ਕਿਹਾ ਹੈ ਕਿ ਰੋਗ ਮੁਕਤੀ, ਉਤਪਾਦਨ ਤੇ ਸੁਰੱਖਿਆ ਇਹ ਦੇਸ਼ ਦੀ ਤਰੱਕੀ ਲਈ ਬਹੁਤ ਜ਼ਰੂਰੀ ਹਨ। ਅਗਲਾ ਪ੍ਰਸ਼ਨ ਹੈ, ਡਾਕਟਰ ਕਲਾਮ ਨੇ BA ਦੀ ਪੜ੍ਹਾਈ ਕਿੱਥੋਂ ਕੀਤੀ ਸੀ? ਡਾਕਟਰ ਕਲਾਮ ਨੇ BA ਦੀ ਪੜ੍ਹਾਈ ਤ੍ਰਿਚੁਰਾਪੱਲੀ, ਤਮਿਲਨਾਡੂ ਤੋਂ ਕੀਤੀ ਸੀ। ਉਸ ਤੋਂ ਅਗਲਾ ਕੁਐਸਚਨ ਹੈ, ਕਲਾਮ ਸਾਹਿਬ ਉੱਪਰ ਉਹਨਾਂ ਦੇ ਪਿਤਾ ਦੀਆਂ ਕਿਹੜੀਆਂ ਗੱਲਾਂ ਦਾ ਪ੍ਰਭਾਵ ਪਿਆ? ਡਾਕਟਰ ਕਲਾਮ ਦੇ ਉੱਪਰ ਉਹਨਾਂ ਦੇ ਪਿਤਾ ਦੀਆਂ ਅੰਤਰ ਧਰਮ ਵਿਸ਼ਵਾਸ ਤੇ ਪ੍ਰਵਚਨ ਵਾਲੇ ਗੁਣਾਂ ਦਾ ਬਹੁਤ ਪ੍ਰਭਾਵ ਪਿਆ। ਉਹ ਅੰਤਰ ਧਰਮ ਵਿਸ਼ਵਾਸ ਕਰਦੇ ਸਨ, ਧਰਮ ਦੇ ਨਾਂ ਤੇ ਭੇਦਭਾਵ ਨਹੀਂ ਸਮਝਦੇ ਸਨ। ਸੋ ਅਗਲਾ ਪ੍ਰਸ਼ਨ ਹੈ, ਡਾਕਟਰ ਕਲਾਮ ਨੂੰ ਭਾਰਤ ਦੇ ਕਿਹੜੇ ਵੱਡੇ ਸਨਮਾਨ ਹਾਸਲ ਹੋਏ? ਡਾਕਟਰ ਕਲਾਮ ਨੂੰ ਭਾਰਤ ਦੇ ਸਰਬ ਉੱਚੇ ਸਿਵਲ ਇਨਾਮ ਪਦਮ ਭੂਸ਼ਣ, ਜੋ ਕਿ 1981 ਵਿੱਚ, ਪਦਮ ਵਿਭੂਸ਼ਣ 1990 ਵਿੱਚ ਤੇ ਭਾਰਤ ਰਤਨ 1997 ਨਾਲ ਸਨਮਾਨਿਤ ਕੀਤਾ ਗਿਆ ਸੀ। ਸੋ ਇਹ ਸਨ ਕੁਐਸਚਨ ਅਬਦੁਲ ਕਲਾਮ ਜੀ ਤੇ ਅੱਗੇ ਹਨ, ਆਓ ਕੁਝ ਹੋਰ ਕਰੀਏ ਪ੍ਰਸ਼ਨ। ਬੱਚੋ, ਇਹ ਪ੍ਰਸ਼ਨ ਵੀ ਕਿਸੇ ਵੀ ਤਰੀਕੇ ਨਾਲ ਬੋਰਡ ਦੀ ਪ੍ਰੀਖਿਆ ਵਿੱਚ ਆ ਸਕਦੇ ਹਨ, ਜਿਵੇਂ ਕਿ ਦੇਸ਼ ਦੀ ਸੇਵਾ ਕਰਨ ਵਾਲੇ ਕਿਸੇ ਹੋਰ ਵਿਗਿਆਨੀ ਬਾਰੇ ਜਾਣਕਾਰੀ ਦਿਓ। ਤੁਸੀਂ ਜਗਦੀਸ਼ ਚੰਦਰ ਬੋਸ ਦੇ ਬਾਰੇ ਦੱਸ ਸਕਦੇ ਹੋ। ਬੜੀ ਸਾਰੀ ਜਾਣਕਾਰੀ ਤੁਸੀਂ ਕਿਤੋਂ ਵੀ ਲੈ ਕੇ ਤੁਸੀਂ ਘੱਟੋ ਘੱਟ 100 ਤੋਂ 125 ਸ਼ਬਦਾਂ ਦੇ ਵਿੱਚ ਲਿਖ ਸਕਦੇ ਹੋ, ਜੋ ਕਿ 5 ਨੰਬਰ ਦਾ ਬੰਦਾ ਅਗਰ 3 ਨੰਬਰ ਦਾ ਕੁਐਸਚਨ ਆਂਦਾ ਹੈ ਤਾਂ ਤੁਸੀਂ 50 ਤੋਂ 60 ਸ਼ਬਦਾਂ ਦੇ ਵਿੱਚ ਲਿਖ ਸਕਦੇ ਹੋ। ਕਿ ਤੁਸੀਂ ਇੱਕ ਅਜਿਹੀ ਔਰਤ ਵਿਗਿਆਨੀ ਨੂੰ ਜਾਣਦੇ ਹੋ ਜੋ ਆਪਣੇ ਪ੍ਰਯੋਗ ਸਮੇਂ ਦੇਸ਼ ਲਈ ਜਾਨ ਕੁਰਬਾਨ ਕਰ ਗਈ ਸੀ ਤੇ ਉਸ ਦੀਆਂ ਪ੍ਰਾਪਤੀਆਂ ਦਾ ਵੇਰਵਾ ਤੁਸੀਂ ਦੱਸ ਸਕਦੇ ਹੋ। ਹਾਂ, ਮੈਡਮ ਕਿਊਰੀ ਦੇ ਬਾਰੇ ਤੁਸੀਂ ਜਾਣਕਾਰੀ ਲੈ ਕੇ ਉਹਨਾਂ ਬਾਰੇ ਲਿਖ ਸਕਦੇ ਹੋ ਆਪਣੇ ਵਿਚਾਰਾਂ ਦੇ ਵਿੱਚ। ਕਿ ਤੁਹਾਡੇ ਮਨ ਵਿੱਚ ਕਦੇ ਡਾਕਟਰ ਅਬਦੁਲ ਕਲਾਮ ਵਾਂਗ ਕੁਝ ਨਵਾਂ ਕਰਨ ਦੀ ਇੱਛਾ ਪੈਦਾ ਹੋਈ ਹੈ? ਇਸ ਬਾਰੇ ਆਪਣੇ ਵਿਚਾਰ ਪੇਸ਼ ਕਰੋ। ਬੱਚਿਓ, ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਕਦੇ ਪੈਦਾ ਹੋਈ ਹੋਵੇ? ਤੁਸੀਂ ਡਾਕਟਰ ਅਬਦੁਲ ਕਲਾਮ ਵਾਂਗ ਹੀ ਕਿਸੇ ਤਰ੍ਹਾਂ ਦਾ ਵੀ, ਵਿਗਿਆਨੀ ਦੇ ਤੌਰ ਤੇ ਨਹੀਂ, ਕਿਸੇ ਤਰ੍ਹਾਂ ਦੀ ਵੀ ਇੱਛਾ ਪੈਦਾ ਹੋਈ ਹੈ, ਤੁਸੀਂ ਆਪਣੇ ਬਾਰੇ ਇੱਕ ਪੈਰੇ ਦੇ ਵਿੱਚ 50-60 ਸ਼ਬਦਾਂ ਵਿੱਚ ਲਿਖ ਸਕਦੇ ਹੋ। ਡਾਕਟਰ ਅਬਦੁਲ ਕਲਾਮ ਦੇ ਜੀਵਨ ਤੋਂ ਸਾਨੂੰ ਕਿਹੜੀਆਂ ਮਾਨਵੀ ਕਦਰਾਂ ਕੀਮਤਾਂ ਦੀ ਸਿੱਖਿਆ ਮਿਲਦੀ ਹੈ? ਉਦਾਹਰਨਾਂ ਸਹਿਤ ਲਿਖੋ। ਡਾਕਟਰ ਅਬਦੁਲ ਕਲਾਮ ਦੇ ਕੋਲੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ, ਬੜੇ ਪ੍ਰੇਰਨਾਦਾਇਕ ਸਿੱਖਿਆਵਾਂ ਮਿਲਦੀਆਂ। ਉਹਨਾਂ ਅਨੁਸਾਰ ਦੇਸ਼ ਦੀ ਤਰੱਕੀ ਦਾ ਜਜ਼ਬਾ ਕੁੱਟ-ਕੁੱਟ ਕੇ ਹਰ ਮਨੁੱਖ ਦੇ ਅੰਦਰ ਭਰਿਆ ਹੋਣਾ ਚਾਹੀਦਾ ਹੈ। ਉਹ ਚਾਹੁੰਦੇ ਸਨ ਦੇਸ਼ ਦੀ ਜੋ ਤਰੱਕੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ? ਉਸਾਰੂ ਅਰਥ ਵਿਵਸਥਾ ਨਾਲ ਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਨੂੰ
ਤਰੱਕੀ ਦੇ ਰਾਹ ਤੇ ਲਿਆਇਆ ਜਾ ਸਕਦਾ ਹੈ, ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਆਇਆ ਜਾ ਸਕਦਾ ਹੈ ਤੇ ਦੁਨੀਆ ਦੇ ਵਿੱਚ ਵਕਾਰ ਪੈਦਾ ਕੀਤਾ ਜਾ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਆਪਣੇ ਹੱਕ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਰਬ ਧਰਮ ਵਾਲੀ ਸੋਚ ਨੂੰ ਵੀ ਦੇਸ਼ ਦੀ ਤਾਕਤ ਦੱਸਿਆ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸੁਪਨੇ ਜੋ ਹਨ ਉਹ ਜਾਗਦੇ ਹੋਏ ਵੇਖਣੇ ਚਾਹੀਦੇ ਹਨ, ਸੁੱਤੇ ਹੋਏ ਨਹੀਂ। ਸੁੱਤੇ ਹੋਏ ਸੁਪਨੇ ਕਦੇ ਵੀ ਸਾਕਾਰ ਨਹੀਂ ਹੁੰਦੇ। ਸੋ ਅਜਿਹੇ ਕੁਝ ਵਿਚਾਰ ਹਨ, ਅਜਿਹੀ ਕੁਝ ਸਿੱਖਿਆਵਾਂ ਹਨ ਜੋ ਸਾਨੂੰ ਉਹਨਾਂ ਤੋਂ ਮਿਲਦੀਆਂ ਹਨ। ਸੋ ਬੱਚਿਓ, ਪਾਠ ਤੋਂ ਅੱਗੇ ਵਾਲੇ ਪ੍ਰਸ਼ਨ ਤੁਸੀਂ ਆਪਣੇ ਵਿਚਾਰਾਂ ਵਿੱਚ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸਮਿਕ ਦੀ ਚੋਣ ਕਰੋ। ਸੋ ਇਹ ਸਾਨੂੰ ਕਰ ਲੈਣੇ ਚਾਹੀਦੇ ਹਨ। ਗ੍ਰਾਮਰ ਦੇ ਵਿੱਚ ਕਿਸੇ ਵੀ ਰੂਪ ਵਿੱਚ ਇਹ ਚੀਜ਼ਾਂ ਆ ਸਕਦੀਆਂ ਹਨ, ਜਿਵੇਂ ਕਿ ਪਹਿਲਾ, ਇਸ ਵਿੱਚ ਆਹ ਸਾਡੀ ਪਰਖ ਸਫਲ ਹੋ ਗਈ। ਵਿਸਮਿਕ ਚੁਣਨਾ ਹੈ, ਕਿਹੜਾ ਵਿਸਮਿਕ ਹੈ? ਅਫਸੋਸ ਵਾਲਾ, ਲਾਹਨਤ ਵਾਲਾ, ਖੁਸ਼ੀ ਵਾਲਾ ਜਾਂ ਸ਼ਾਬਾਸ਼ ਵਾਲਾ। ਪਤਾ ਲੱਗਦਾ ਹੈ ਬੱਚੇ ਕਿ ਸਫਲਤਾ ਖੁਸ਼ੀ ਨਾਲ ਸੰਬੰਧਿਤ ਹੈ, ਤਾਂ ਸਾਨੂੰ ਸਾਡੇ ਫੇਸ ਤੇ ਜਿਹੜੇ ਹਾਵ ਭਾਵ ਹਨ ਉਹ ਖੁਸ਼ੀ ਵਾਲੇ ਹੋਣਗੇ। ਵਿਸਮਿਕ ਹੁੰਦੇ ਹੀ ਹਾਵ ਭਾਵ ਦੇ ਜੋ ਬਿਆਨ ਕਰਨ ਵਾਲੇ ਸ਼ਬਦਾਂ ਨੂੰ ਕਹਿੰਦੇ ਹਨ। ਸੋ ਖੁਸ਼ੀ ਵਾਲਾ ਜੋ ਹੈ ਇਸ ਦਾ ਆਨਸਰ ਸਹੀ ਹੈ। ਕਾਸ਼ ਮੇਰਾ ਦੇਸ਼ ਭ੍ਰਿਸ਼ਟਾਚਾਰ ਮੁਕਤ ਹੁੰਦਾ। ਕਾਸ਼ ਇਹ ਇੱਛਾ ਹੈ, ਰੱਬ ਵੱਲੋਂ ਅਸੀਂ ਇੱਛਾ ਮੰਗ ਰਹੇ ਹਾਂ, ਇੱਕ ਇੱਛਾ ਜ਼ਾਹਿਰ ਕਰ ਰਹੇ ਹਾਂ, ਤਾਂ ਇੱਛਾਵਾਚਕ ਵਿਸਮਿਕ ਇਸ ਵਿੱਚ ਕਿਹਾ ਜਾਏਗਾ। ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਕਿਹੜਾ ਹੈ? ਸਮਾਸੀ ਸ਼ਬਦ ਬੇਟਾ ਇੱਕ ਜਾਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜਨ ਨਾਲ ਜੋੜ ਕੇ ਇੱਕ ਨਵਾਂ ਅਰਥ ਬਣਾਇਆ ਜਾਏ, ਉਹ ਸਮਾਸੀ ਸ਼ਬਦ ਹੈ। ਜਿਵੇਂ ਕਿ ਮੈਂ ਪਹਿਲਾ ਵੀਡੀਓ ਵਿੱਚ ਦੱਸ ਚੁੱਕੀ ਹਾਂ, ਪੂਰਾ ਸਮਾਸੀ ਸ਼ਬਦ ਬਾਰੇ ਤੁਹਾਨੂੰ ਮੈਂ ਪਾਠ ਪੜ੍ਹਾ ਚੁੱਕੀ ਹਾਂ। ਇਸ ਵਿੱਚ ਕੁਝ ਕਿਤਾਬਾਂ ਇਹ ਸਮਾਸੀ ਸ਼ਬਦ ਨਹੀਂ ਹੈ, ਦੋਨੋਂ ਵੱਖ-ਵੱਖ ਸ਼ਬਦ ਹਨ, ਇੱਕ ਸ਼ਬਦ ਨਹੀਂ ਬਣਦਾ। ਅਬਦੁਲ ਕਲਾਮ ਇੱਕ ਸ਼ਬਦ ਨਹੀਂ ਬਣਦਾ, ਨਾ ਹੈ। ਪੇਸ਼ੇਵਰ ਜੀਵਨ ਇੱਕ ਸ਼ਬਦ ਨਹੀਂ ਬਣਦਾ, ਰਹਿਣੀ ਬਹਿਣੀ ਇੱਕ ਸ਼ਬਦ ਬਣਦਾ ਹੈ। ਤਾਂ ਇਹ ਸਮਾਸੀ ਸ਼ਬਦ ਹੈ। ਇਸ ਤੋਂ ਬਾਅਦ ਹੈ ਇਸ ਜੀਵਨੀ ਵਿੱਚੋਂ ਕੁਝ ਹੋਰ ਸਮਾਸੀ ਸ਼ਬਦ ਲੱਭ ਕੇ ਉਹਨਾਂ ਦੇ ਵਾਕ ਬਣਾਓ। ਤੁਸੀਂ ਹੋਰ ਸਮਾਸੀ ਸ਼ਬਦ ਅਜਿਹੇ ਲੱਭ ਸਕਦੇ ਹੋ ਤੇ ਇਹ ਕਾਰਜ ਤੁਸੀਂ ਆਪ ਕਰ ਸਕਦੇ ਹੋ। ਅਣ ਅਗੇਤਰ ਵਾਲਾ ਸਹੀ ਸ਼ਬਦ ਚੁਣੋ। ਹੁਣ ਇਸ ਵਿੱਚ ਅਗੇਤਰ ਵਾਲਾ ਸਹੀ ਸ਼ਬਦ ਚੁਣਨਾ ਹੈ। ਅਗੇਤਰ ਤੇ ਪਿਛੇਤਰ ਦੀ ਇੱਕ ਅਲੱਗ ਵੀਡੀਓ ਹੈ ਜੋ ਉਸ ਵਿੱਚ ਅਗੇਤਰ ਤੇ ਪਿਛੇਤਰ ਬਾਰੇ ਸਮਝਾਇਆ ਗਿਆ ਹੈ। ਇਹ ਹੈ ਅਣਥਕ, ਇਸ ਦਾ ਸਹੀ ਆਂਸਰ ਹੈ। और मन अगेतर वाला शब्द चुनो। मन चला, मन खट्टू, मनपसंद और मन जीवनी। मनपसंद बिल्कुल ठीक आंसर है। मंद पिछेतर लगा के सही शब्द चुनो। शर्ममंद, खानदानमंद, मिलावटमंद, फिक्रमंद। फिक्रमंद इज करेक्ट आंसर। नेक्स्ट है सार पिछेतर वाला सही शब्द चुनो। मिलनसार, नरमाई सार, मतहीन सार, चमत्कार सार। मिलनसार बिल्कुल ठीक उत्तर है। अगला है हेठ दिते अखाणा नू पूरा करो। गरीबा रखे रोजे, दिन डैश आए। दिन छोटे आए, दिन ठंडे आए, दिन वड्डे आए, दिन गरम आए। दिन वड्डे आए। गरीबां वास्ते वो दिन भी वड्डे हो जाते हैं। ज्यों ज्यों भिजे डैश, त्यों त्यों भारी होए। ज्यों ज्यों भिजे डैश, ऑप्शन हैं दरी, चुन्नी, चादर, कंबली। ज्यों ज्यों भिजे कंबली, त्यों त्यों भारी होए। तो ये इसका आंसर कंबली है। अखाणा दी वीडियो भी अलग है जिस विच अखाणा बारे समझाया गया है। अगेतर ते पिछेतर समझन लई तुसी मेरी वीडियो देखोगे। अगेतर ते पिछेतर अलग ही टॉपिक है। सो बच्चों, ए सी इस दा अभ्यास, ए सी इस दी एक्सरसाइज मैनू लगता है तुहानू समझ आ गई होवेगी। सो सत श्री अकाल। इसनू ध्यान नाल समझना, ध्यान नाल पढ़ना।